बोले सोने हाल सासरी अकाल। गुर गोबिंद गोपाल गुर गुरपूरन नारायण है। गुरदयाल समरत गुर गुरु नानक पतत उदाहरण है। हक खुद व साफे गुरु गोबिंद सिंह बरतरियो साफे गुरु गोबिंद सिंह तेगरा फतह गुरु गोबिंद सिंह जानो दिलरा राहा गुरु गोबिंद सिंह तही प्रकाश हमारा भयो पटना शहर बिखय पावो लयो। चौबर छतर तखत दे मालक साहिब श्री गुरु ग्रंथ साहिब जी की पावन हजूरी विच सज बैठी गुरु प्यारी खालसा साध संगत जी फतेह प्रवान करो। वाहिगुरु जी का खालसा वाहिगुरु जी की फतेह। तख्त श्री हरमंदर जी पटना साहिब विखे आप सरबत संगता खुद खुदा श्री गुरु गोबिंद सिंह महाराज जी दे प्रकाश दिहाड़े नूं समर्पित और रखे गए इन्हां महान गुरमत समागमां विच हाज़रीन हो। आओ श्री गुरु गोबिंद सिंह महाराज दी अगम्मी वडियाई नूं गा के अपने जीवन नूं सफला करिए। गुरु ग्रंथ साहिब सच्चे पातशाह दा फरमान है कर नमस्कार पूरे गुरदेव सफल मूरत सफल जा की सेव। अकाल पुरख दे 10वें सरगुण स्वरूप गुरु गोबिंद सिंह महाराज गुरु ग्रंथ साहिब कहते ने उहदी सफला मूरत ने। वैसे तो आपां सारियां मूरतां ही परमात्मा दियां घड़ियां होईयां ने पर वो सफला मूरत ने। सदीवी उन्हां नूं नमस्कार है, उन्हां नूं सजदा है, उन्हां दी जय जयकार है। अंतरजामी पुरख विधाता आठ पहर नाम रंग राता अंदर दी जानने वाले ने रोग सोग हरता ने झोलियां भरन वाले ने। भाई साहब भाई नंद लाल नूं सिखां ने पुछया गुरु गोबिंद सिंह दा रुतबा तुहाडी नदर विच की है। फारसी दे बोल ने आखण लगे सुल्तानुल अवल वल आखिर व बासिरुल बातन वल जाहर। कहते जो कुल कायनात दा सुल्तान है अकाल पुरख है जो इस सृष्टि दी रचना तो अवल है पहला है। जे सृष्टि मिट भी जावे अखीर तक जो रहने वाला है वही अकाल पुरख गुरु गोबिंद सिंह बन के दुनिया ते प्रगट होया है। जिमें बाड़ी दा फरमान है गुर की महिमा क्या कहा गुर बबेक सत सर ओहवाद जुगादी जुग है जुग पूरा परमेसर। जुगां दे आद विच है जो और अंत ताईं जो रहन वाला परमात्मा है गुरु गोबिंद सिंह बन के दुनिया ते प्रगट होया है। ऐसे मेरे महाराज गुरु गोबिंद सिंह पातशाह दा महान
ਮਰਾਤਬਾ ਹੈ, ਮਹਾਨ ਰੁਤਬਾ ਹੈ। ਅੱਜ ਦੇ ਦਿਨ ਪੋਹ ਸੁਦੀ ਸਤਵੀਂ 1723 ਬਿਕਰਮੀ ਸੰਮਤ ਨੂੰ ਮਹਾਰਾਜ ਪਟਨੇ ਦੀ ਪਾਵਨ ਧਰਤੀ ਤੇ ਮਾਤਾ ਗੁਜਰੀ ਦੇ ਹਿਰਦੇ ਚੋਂ ਪ੍ਰਕਾਸ਼ਵਾਨ ਹੋਏ, ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ। ਆਪਾਂ ਪ੍ਰਕਾਸ਼ ਸਾਖੀ ਸੁਭਾ ਦੇ ਦੀਵਾਨਾਂ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਆਓ ਅੱਗੇ ਇਤਿਹਾਸ ਵੱਲ ਵਧੀਏ। ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਲੋਕਾਈ ਨੂੰ ਤਾਰਨ ਗਏ ਸਨ। ਸੁਨੇਹਾ ਮਿਲਦਾ ਹੈ ਮਹਾਰਾਜ ਪਟਨੇ ਦੀ ਧਰਤੀ ਤੇ ਤੁਹਾਡੇ ਘਰ ਸਾਹਿਬਜ਼ਾਦਾ ਪ੍ਰਗਟ ਹੋਇਆ ਹੈ। ਮਹਾਰਾਜ ਨੇ ਪਟਨੇ ਦੀ ਸੰਗਤ ਦੇ ਲਈ ਹੁਕਮਨਾਮਾ ਭੇਜਿਆ। ਡਾਕਟਰ ਗੰਡਾ ਸਿੰਘ ਹੁਣਾਂ ਇਹ ਹੁਕਮਨਾਮੇ ਪਬਲਿਸ਼ ਕੀਤੇ ਨੇ। ਮਹਾਰਾਜ ਨੇ ਹੁਕਮ ਕੀਤਾ ਹੈ ਵੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ। ਗੋਬਿੰਦ ਧਰਤੀ ਦੇ ਪਾਲਣਹਾਰ ਨੂੰ ਵੀ ਕਹਿ ਦਿੰਦੇ ਆ। ਹਿੰਦੂ ਮਤ ਵਿੱਚ ਸ੍ਰੀ ਕ੍ਰਿਸ਼ਨ ਜੀ ਨੂੰ ਕਹਿ ਦਿੱਤਾ ਜਾਂਦਾ ਹੈ। ਗੋ ਦਾ ਮਤਲਬ ਹੈ ਬਾਣੀ, ਜੋ ਵਿਸ਼ੇਸ਼ ਕਰਕੇ ਅਲਫਾਜ਼ਾਂ ਨਾਲ ਜਾਣਿਆ ਜਾ ਸਕੇ। ਗੋਬਿੰਦ ਦੇ ਹੋਰ ਵੀ ਕਈ ਅਰਥ ਮਿਲ ਜਾਂਦੇ ਨੇ। ਗੋ ਬੈਕੁੰਠ ਨੂੰ ਵੀ ਕਹਿੰਦੇ ਨੇ, ਵਿੰਦ ਜਿਸ ਨੂੰ ਪ੍ਰਾਪਤ ਹੋ ਜਾਵੇ, ਜੋ ਬੈਕੁੰਠ ਦਾ ਵਾਸੀ ਹੈ। ਗੋ ਪ੍ਰਿਥਵੀ ਨੂੰ ਵੀ ਕਹਿੰਦੇ ਨੇ, ਬਿੰਦ ਜੋ ਰੱਖਿਆ ਕਰਨ ਵਾਲਾ, ਧਰਤੀ ਦਾ ਪ੍ਰਤਪਾਲਕ ਜੋ ਅਕਾਲ ਪੁਰਖ ਹੈ। ਖੈਰ, ਰਾਏ ਤੋਂ ਭਾਵ ਰਾਜਾ ਹੈ। ਨਾਮ ਗੋਬਿੰਦ ਰਾਏ ਰੱਖਣਾ ਹੈ। ਪਰ ਇੱਕ ਵਿਸ਼ੇਸ਼ ਹੁਕਮ ਮਹਾਰਾਜ ਨੇ ਕੀਤਾ ਹੈ, ਸਾਹਿਬਜ਼ਾਦੇ ਦੇ ਰਹਾਇਸ਼ ਦੇ ਵਾਸਤੇ ਅਵਲ ਹਵੇਲੀ ਕਾ ਇੰਤਜ਼ਾਮ ਕਰਨਾ। ਇਹ ਗੁਰੂ ਨਾਨਕ ਦੇ ਤਖਤ ਦੇ ਵਾਰਿਸ ਪ੍ਰਗਟ ਹੋਏ ਨੇ। ਇਹਨਾਂ ਲਈ ਰਹਿਣ ਲਈ ਜੋ ਹਵੇਲੀ ਹੋਵੇ ਉਹ ਪਟਨੇ ਵਿੱਚ ਸਭ ਤੋਂ ਸੁੰਦਰ ਹੋਵੇ, ਸ੍ਰੇਸ਼ਟ ਹੋਵੇ। ਇਹ ਉਹ ਧਿਆਨ ਦੇਣ ਜਿਹੜੇ ਕਹਿ ਦਿੰਦੇ ਨੇ ਲੈ ਕੀ ਲੋੜ ਹੈ ਗੁਰਦੁਆਰੇ ਨੂੰ ਲੱਖਾਂ ਦਾ ਪੱਥਰ ਲਾਈ ਜਾਂਦੇ ਹੋ। ਦੇਖ ਤੂੰ ਇੱਕ ਚੰਮ ਦਾ ਮਾਮੂਲੀ ਲਿਫਾਫਾ ਹੈ, ਆਪਣੇ ਰਹਿਣ ਲਈ ਤੂੰ 2-4 ਕਰੋੜ ਕੋਠੀ ਤੇ ਲਾ ਦਿੰਦਾ ਹੈ। ਇਹ ਖੁਦ ਖੁਦਾ ਦੁਨੀਆ ਤੇ ਪ੍ਰਗਟ ਨੇ, ਜਿਨ੍ਹਾਂ ਬਾਬਤ ਬਾਣੀ ਕਹਿੰਦੀ ਹੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਰਮੇਸ਼ਵਰ ਗੋਬਿੰਦ ਰਾਏ ਬਣ ਕੇ ਪ੍ਰਗਟ ਹੋਇਆ ਹੈ। ਤੇ ਜਿਹਦੀ ਇਤਨੀ ਬੁਲੰਦ ਹਸਤੀ ਹੈ, ਉਹਦੇ ਲਈ ਦਰਬਾਰ ਵੀ ਬੁਲੰਦ ਚਾਹੀਦਾ ਹੈ ਵਸੇਬੇ ਦੇ ਲਈ। ਜਿਵੇਂ ਨਿਰਗੁਣ ਸਰੂਪ ਪਰਮੇਸ਼ਵਰ ਸੱਚਖੰਡ ਵਿੱਚ ਰਹਿੰਦੇ ਨੇ, ਉੱਚੇ ਤੇ ਉੱਚਾ ਦਰਬਾਰਾ, ਕਹਿਣ ਨਾ ਜਾਈ ਅੰਤ ਨਾ ਪਾਰਾ। ਇਤਨਾ ਉੱਚਾ ਬੁਲੰਦ ਉਹਦਾ ਦਰਬਾਰ ਹੈ, ਬਿਆਨ ਨਹੀਂ ਹੋ ਸਕਦਾ। ਜਦੋਂ ਉਹ ਅਕਾਲ ਪੁਰਖ ਦੁਨੀਆ ਤੇ ਗੋਬਿੰਦ ਰਾਏ ਬਣ ਕੇ ਪ੍ਰਗਟ ਹੁੰਦਾ ਹੈ ਤੇ ਫਿਰ ਉਹਦੇ ਰਹਿਣ ਲਈ ਅਵਲ ਹਵੇਲੀ ਦਾ ਇੰਤਜ਼ਾਮ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਰਨਾ ਪਵੇਗਾ। ਮਹਾਰਾਜ ਪਾਤਸ਼ਾਹ ਲਈ ਜਿਹੜਾ ਇਤਨਾ ਅਦਬ ਸਤਕਾਰ ਰੱਖੇ, ਕਹਿੰਦੇ ਨੇ ਜਿਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ। ਜੈਸੀ ਤੇਰੀ ਭਾਵਨਾ ਹੈ, ਜਿਤਨੀ ਤੇਰੀ ਸ਼ਰਧਾ ਹੈ, ਉਤਨਾ ਹੀ ਤੈਨੂੰ ਫਲ ਮਿਲੇਗਾ। ਜੇ ਤੂੰ ਗੁਰੂ ਸਾਹਿਬ ਦਾ ਅਦਬ ਨਹੀਂ ਕਰੇਗਾ ਤੇ ਗੁਰੂ ਕਦੇ ਵੀ ਝੋਲੀਆਂ ਨਹੀਂ ਭਰਦਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਦਾ ਅਦਬ ਸਤਕਾਰ ਵੱਧ ਤੋਂ ਵੱਧ ਕਰਨਾ ਹੈ। ਖੈਰ, ਮਹਾਰਾਜ ਦਾ ਨਾਮਕਰਨ ਹੋ ਜਾਂਦਾ ਹੈ। ਸਾਰੇ ਪਟਨੇ ਵਿੱਚ ਬਾਲ ਅਵਸਥਾ ਦਰਮਿਆਨ ਜੋ ਦਿਖਾਈਆਂ ਅਜ਼ਮਤਾਂ ਨੇ ਪ੍ਰਗਟ ਹੋ ਗਈਆਂ। ਮਹਾਪੁਰਸ਼ ਬ੍ਰਾਹਮਣ ਮਹਾਤਮਾ ਪੰਡਿਤ ਸ਼ਿਵਦੱਤ ਜੀ ਨੂੰ ਇੱਕ ਦਿਨ ਉਹਨਾਂ ਦੇ ਸੇਵਕ ਰਾਜਾ ਫਤਿਹ ਚੰਦ ਮੈਣੀ, ਰਾਣੀ ਵਸੁੰਧਰਾ ਦੇਵੀ ਨੇ ਤਰਲਾ ਲਿਆ, ਬੇਨਤੀ ਕੀਤੀ ਵੀ ਤੁਹਾਡੀ ਰੱਬ ਸੁਣਦਾ ਹੈ, ਸਾਡੇ ਘਰ ਵਿੱਚ ਫਰਜ਼ੰਦ ਨਹੀਂ ਹੈ, ਦੌਲਤਾਂ ਸ਼ੋਹਰਤਾਂ ਦਾ ਕੋਈ ਅੰਤ ਨਹੀਂ, ਪਰ ਸਾਂਭਣ ਵਾਲਾ ਨਹੀਂ। ਪੁੱਤਰ ਨਾ ਹੋਵੇ ਤੇ ਦੁਨੀਆ ਤੋਂ ਨਾਮਣਾ ਮਿਟ ਜਾਂਦਾ ਹੈ। ਸਾਡੀ ਅੰਸ਼ ਚੱਲ ਪਵੇ
ਤੁਸੀਂ ਪਰਮਾਤਮਾ ਅੱਗੇ ਫਰਿਆਦ ਕਰੋ। ਬੜੇ ਅਸੀਂ ਚਿੰਤਾ ਤੁਰ ਰਹਿੰਦੇ ਆ। ਸ਼ਿਵਦੱਤ ਜੀ ਦੇ ਗਲੂਏ ਮੁਬਾਰਕ ਚੋਂ ਬੋਲ ਪ੍ਰਗਟ ਹੋਏ, ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਪਰਮਾਤਮਾ ਆਪ ਇਸ ਵੇਲੇ ਮਨੁੱਖਾ ਜਾਮਾ ਧਾਰ ਕੇ ਬਾਲਾ ਪ੍ਰੀਤਮ ਦੇ ਰੂਪ ਵਿੱਚ ਪਟਨੇ ਦੀਆਂ ਗਲੀਆਂ ਅੰਦਰ ਖੇਡਦਾ ਹੈ। ਰਾਣੀ ਵਸੁੰਧਰਾ ਨੇ ਪੁੱਛਿਆ, ਉਹ ਕੌਣ ਹੈ? ਇਸ ਸਮੇਂ ਕਿੱਥੇ ਹੋਣਗੇ? ਪੰਡਿਤ ਸ਼ਿਵਦੱਤ ਜੀ ਆਖਣ ਲੱਗੇ, ਦੇਖੋ ਤੁਸੀਂ ਘਰ ਜਾਓ, ਇਸ਼ਨਾਨ ਪਾਨ ਕਰਕੇ ਚੌਂਕੜਾ ਲਾਓ, ਬਾਲਾ ਪ੍ਰੀਤਮ ਨੂੰ ਯਾਦ ਕਰੋ, ਉਹਦੀ ਯਾਦ ਵਿੱਚ ਧਿਆਨ ਲਾਓ, ਉਹ ਆਪ ਤੁਹਾਨੂੰ ਦਰਸ਼ਨ ਦੇਣਗੇ, ਲੱਭਣ ਜਾਣ ਦੀ ਲੋੜ ਨਹੀਂ ਹੈ। ਰਾਜਾ ਰਾਣੀ ਅੰਤਰ ਧਿਆਨ ਹੋਏ ਘਰ ਬੈਠੇ ਨੇ, ਔਰ ਇਹ ਨੇਮ ਬਣਾ ਲਿਆ ਰੋਜ਼ ਇਸੇ ਤਰ੍ਹਾਂ ਬਾਲਾ ਪ੍ਰੀਤਮ ਗੋਬਿੰਦ ਰਾਏ ਨੂੰ ਯਾਦ ਕਰਦੇ ਨੇ। ਇੱਕ ਦਿਨ ਮਹਾਰਾਜ ਖੇਲਦੇ ਖੇਲਦੇ ਸਾਥੀਆਂ ਸਮੇਤ ਰਾਣੀ ਵਸੁੰਧਰਾ ਦੇਵੀ ਦੇ ਮਹੱਲ ਵਿੱਚ ਪ੍ਰਵੇਸ਼ ਹੋਏ, ਔਰ ਪੋਲੇ ਕਦਮ ਪੁੱਟਦੇ ਹੋਏ ਧਿਆਨ ਵਿੱਚ ਬੈਠੀ ਰਾਣੀ ਦੀ ਗੋਦ ਵਿੱਚ ਬਹਿ ਗਏ। ਗਲ ਵਿੱਚ ਕੋਮਲ ਜਿਹੀਆਂ ਬਾਹਾਂ ਪਾ ਕੇ ਕਹਿੰਦੇ, ਮਾਂ ਮੈਂ ਆ ਗਿਆ। ਹੁਣ ਇਹ ਜਿਹੜਾ ਲਫ਼ਜ਼ ਮਾਂ ਹੈ, ਰਾਣੀ ਵਸੁੰਧਰਾ ਸੁਣਨ ਲਈ ਤਰਸ ਗਈ ਸੀ। ਅੱਖਾਂ ਨਹੀਂ ਖੋਲੀਆਂ, ਫਿਰ ਪੁੱਛਦੀ ਹੈ ਕੌਣ ਉਹ? ਕਹਿੰਦੇ ਮਾਂ ਜਿਸ ਨੂੰ ਯਾਦ ਕਰਦੀ ਹੈ। ਨੇਤਰ ਖੋਲੇ, ਜੋ ਬਾਲਾ ਪ੍ਰੀਤਮ ਦਾ ਰੂਪ ਜ਼ਿਹਨ ਵਿੱਚ ਟਿਕਾਇਆ ਸੀ, ਵੈਸਾ ਹੀ ਸੁੰਦਰ ਸਰੂਪ ਬਾਲਕ ਗੋਦ ਵਿੱਚ ਬੈਠਾ ਹੈ, ਪ੍ਰਗਟ ਹੈ। ਇੰਨਾ ਚਾਅ ਚੜ ਗਿਆ, ਕੁਝ ਸਮਝ ਨਹੀਂ ਆਉਂਦੀ। ਫਿਰ ਦਾਸੀ ਨੂੰ ਆਵਾਜ਼ ਦਿੰਦੀ ਹੈ ਵੀ ਕੁਝ ਛਕਣ ਲਈ ਇਹਨਾਂ ਦੇ ਲਿਆਉਣਾ ਕਰ। ਖੁਦ ਖੁਦਾ ਗੋਬਿੰਦ ਰਾਏ ਜੀ ਆਖਣ ਲੱਗੇ, ਮਾਂ ਵਿਸ਼ੇਸ਼ ਤੌਰ ਤੇ ਕੁਝ ਬਣਾਉਣ ਦੀ ਲੋੜ ਨਹੀਂ ਹੈ, ਅੰਦਰ ਜੋ ਛੋਲੇ ਪੂੜੀਆਂ ਤਿਆਰ ਨੇ ਮੈਨੂੰ ਉਹੀ ਲਿਆ ਕੇ ਛਕਾ ਦਿਓ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅੰਤਰ ਕੀ ਗਤ ਸਤਿਗੁਰ ਜਾਣੈ। ਦਾ ਟਰੂ ਗੁਰੂ ਨੋਜ਼ ਦਾ ਸਟੇਟ ਆਫ ਯੋਰ ਇਨਰ ਬੀਇੰਗ। ਤੇਰੇ ਅੰਦਰ ਖਿਆਲਾਤ ਕੈਸੇ ਨੇ, ਬਾਪੂ ਗੋਬਿੰਦ ਰਾਏ ਸਭ ਜਾਣਦਾ ਹੈ। ਹੈਰਾਨ ਰਹਿ ਗਈ ਇਸ ਅਜ਼ਮਤ ਨੂੰ ਵੇਖ ਕੇ। ਖੈਰ ਮਮਤਾ ਦੀ ਭਿੱਜੀ ਹੋਈ ਮਾਤਾ ਹੱਥੀਂ ਪੂੜੀਆਂ ਛੋਲੇ ਬਾਪੂ ਗੋਬਿੰਦ ਰਾਏ ਜੀ ਨੂੰ ਛਕਾਉਂਦੀ ਹੈ। ਦੇ ਨਾਲ ਬਾਲ ਸੈਨਾ ਵੀ ਸੀ ਜਿਹੜੇ ਖੇਲਦੇ ਨੇ ਬੱਚੇ ਨਾਲ, ਉਹਨਾਂ ਨੂੰ ਵੀ ਭੋਜਨ ਛਕਾਇਆ। ਗੋਬਿੰਦ ਰਾਏ ਜੀ ਬੜੇ ਖੁਸ਼ ਹੋਏ, ਕਹਿੰਦੇ ਮਾਂ ਮੈਂ ਰੋਜ਼ ਆਇਆ ਕਰਾਂਗਾ। ਰੋਜ਼ ਪਾਤਸ਼ਾਹ ਆਉਂਦੇ, ਇਸੇ ਤਰ੍ਹਾਂ ਰਾਜਾ ਰਾਣੀ ਸੇਵਾ ਕਰਦੇ ਨੇ। ਇੱਕ ਦਿਨ ਦਾਸੀ ਨੇ ਬੇਨਤੀ ਕੀਤੀ ਹੈ, ਮਹਾਰਾਜ ਸਾਡੇ ਰਾਜਾ ਰਾਣੀ ਬੜੇ ਚਿੰਤਾ ਵਿੱਚ ਰਹਿੰਦੇ ਨੇ, ਵੰਸ਼ ਹੈ ਨਹੀਂ ਹੈ, ਆਪ ਕਿਰਪਾ ਕਰੋ, ਤੁਹਾਡੇ ਬਚਨ ਪੱਥਰ ਤੇ ਲਕੀਰ ਨੇ, ਇਹਨਾਂ ਦੀ ਵੰਸ਼ ਚੱਲ ਪਵੇ। ਕਲਗੀਧਰ ਪਾਤਸ਼ਾਹ ਕਹਿੰਦੇ, ਰਾਣੀ ਮੈਨੂੰ ਹੀ ਫਰਜ਼ੰਦ ਕਹਿ ਲਿਆ ਕਰ, ਮੈਨੂੰ ਹੀ ਪੁੱਤਰ ਕਹਿ ਲਿਆ ਕਰ। ਗੋਲੀ ਝੱਟ ਦੇਣੇ ਬੋਲ ਪਈ, ਤੁਹਾਡੀ ਮਾਂ ਤੇ ਮਾਤਾ ਗੁਜਰੀ ਹੈ, ਇੱਕ ਬਾਲਕ ਦੀਆਂ ਦੋ ਮਾਵਾਂ ਕਿਵੇਂ ਹੋ ਸਕਦੀਆਂ ਨੇ? ਤੇ ਗੋਬਿੰਦ ਰਾਏ ਜੀ ਨੇ ਗਲੂਏ ਮੁਬਾਰਕ ਤੋਂ ਜਵਾਬ ਦਿੱਤਾ ਸੀ, ਜਿਵੇਂ ਦੋ ਅੱਖਾਂ ਦੇ ਪਿੱਛੇ ਇੱਕ ਜੋਤ ਹੈ। ਐਸੇ ਬਚਨ ਜਦੋਂ ਵਸੁੰਧਰਾ ਦੇਵੀ ਨੇ ਸੁਣੇ, ਪ੍ਰੇਮ ਜਿਹੜਾ ਸੀ ਉਹ ਮੋਤੀਆਂ ਦਾ ਰੂਪ ਹੋ ਕੇ ਅੱਖਾਂ ਥਾਣੀ ਵਹਿ ਤੁਰਿਆ ਹੈ। ਗਲੂਏ ਚੋਂ ਕਲਗੀਧਰ ਨੇ ਬੋਲ ਕੱਢੇ, ਦੇਖ ਰਾਣੀ ਅਸੀਂ ਹਰ ਮਨ ਇਛਿਤ ਫਲ ਬਖਸ਼ ਸਕਦੇ ਹਾਂ। ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇਛੇ ਤੇਹਾ ਫਲ ਪਾਏ। ਜੈਸੀ ਇੱਛਾ ਹੈ ਗੁਰੂ ਪੂਰਤੀ ਬਖਸ਼ ਦਿੰਦੇ ਨੇ। ਪਰ ਰਾਣੀ ਅਸਲ ਵਿੱਚ ਬਚਨ ਇਹ ਹੈ, ਤੁਸੀਂ ਚਾਹੁੰਦੇ ਹੋ ਘਰ ਵਿੱਚ ਬਾਲ ਪੈਦਾ ਹੋਵੇ ਜਿਹਦੇ ਕਰਕੇ ਤੁਹਾਡਾ ਨਾਮਣਾ ਰਹਿ ਜਾਵੇ ਦੁਨੀਆ ਤੇ। ਪਰ ਯਾਦ ਰੱਖੀ,
ਬਾਲ ਵੀ ਇੱਕ ਦਿਨ ਮਿਟੇਗਾ, ਦੌਲਤਾਂ ਸ਼ੋਹਰਤਾਂ ਵੀ ਮਿਟਣੀਆਂ ਨੇ, ਸਰੀਰ ਵੀ ਮਿਟੇਗਾ, ਨਾਮਣਾ ਵੀ ਦੁਨੀਆ ਤੋਂ ਮਿਟ ਜਾਵੇਗਾ। ਇੱਕ ਸਿਧਾਂਤ ਹੈ ਦੁਨੀਆ ਦਾ, ਜੋ ਆਇਆ ਸੋ ਚੱਲ ਸੀ, ਅਮਰ ਸੋ ਗੁਰ ਕਰਤਾਰ। ਇੱਕ ਪਰਮ ਈਸ਼ਵਰ ਅਮਰ ਹੈ, ਇੱਕ ਉਹਦੇ ਸਰਗੁਣ ਸਰੂਪ। ਅਸੀਂ ਨਾਮ ਕਰਕੇ ਦੁਨੀਆ ਤੇ ਅਮਰ ਹਾਂ। ਜਿਹਨੂੰ ਗੋਬਿੰਦ ਰਾਏ ਦੇ ਰੂਪ ਵਿੱਚ ਬਾਲਕ ਮਿਲ ਗਿਆ, ਉਹਨੇ ਦੁਨਿਆਵੀ ਬਾਲਕ ਕੀ ਕਰਨਾ ਹੈ। ਔਰ ਸਾਡਾ ਨਾਮ ਜਪਣ ਵਾਲਾ ਦੁਨੀਆ ਤੇ ਅਮਰ ਹੋ ਜਾਂਦਾ ਹੈ। ਨਾਨਕ ਨਿਰਮਲ ਅਮਰ ਪਦ, ਗੁਰ ਹਰ ਮੇਲਾ ਮੇਲਾਏ। ਗੁਰੂ ਅਮਰਾ ਪਦਵੀ ਬਖਸ਼ਣ ਵਾਲਾ ਹੈ। ਰਾਣੀ ਤੂੰ ਕਹਿੰਦੀ ਹੈ ਬੁਢਾਪੇ ਦਾ ਸਹਾਰਾ ਪੁੱਤਰ ਬਣੇਗਾ। ਕਈ ਵਾਰ ਦੇਵਨੇਤ ਐਸੀ ਹੁੰਦੀ ਹੈ, ਮਾਪਿਆਂ ਨਾਲੋਂ ਪੁੱਤਰ ਪਹਿਲਾਂ ਚਲੇ ਜਾਂਦੇ ਨੇ। ਇਸ ਲੋਕ ਦੇ ਨਾਲ ਨਾਲ ਗੋਬਿੰਦ ਰਾਏ ਪਰਲੋਕ ਵਿੱਚ ਵੀ ਤੇਰਾ ਸਹਾਰਾ ਬਣੇਗਾ। ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਉਸ ਲੋਕ ਵਿੱਚ ਕੋਈ ਪੁੱਤਰ ਹੋਰ ਨਹੀਂ ਬਾਂਹ ਫੜ ਸਕਦਾ। ਤੂੰ ਮੈਨੂੰ ਪੁੱਤਰ ਸਮਝ। ਰਾਜੇ ਰਾਣੀ ਨੇ ਜਦੋਂ ਇਹ ਬਚਨ ਗੁਰਾਂ ਦੇ ਸੁਣੇ ਨੇ, ਇਉਂ ਸਮਝੋ ਐਸਾ ਸੰਤੋਖ ਪ੍ਰਾਪਤ ਹੋਇਆ, ਮੰਗਣਾ ਮੁੱਕ ਗਿਆ। ਗੁਰੂ ਏਡਾ ਦਾਤਾਰ ਹੈ, ਸੰਤੋਖ ਬਖਸ਼ ਦਿੰਦਾ ਹੈ, ਤ੍ਰਿਸ਼ਨਾ ਦੀ ਅੱਗ ਮਿਟਾ ਦਿੰਦਾ ਹੈ। ਵਸੁੰਧਰਾ ਦੇ ਗਲੂਏ ਚੋਂ ਨਿਕਲਿਆ ਗੋਬਿੰਦ ਰਾਏ ਜੀ, ਜਿਹਨੂੰ ਤੁਸੀਂ ਪੁੱਤਰ ਦੇ ਰੂਪ ਵਿੱਚ ਮਿਲ ਗਏ, ਉਹਨੇ ਹੋਰ ਦੁਨੀਆ ਤੋਂ ਕੀ ਲੈਣਾ ਹੈ। ਬਾਣੀ ਕਹਿੰਦੀ ਹੈ ਸਤਿਗੁਰ ਮਿਲਿਆ ਮਨ ਸੰਤੋਖੀਐ, ਤਾ ਫਿਰ ਤ੍ਰਿਸ਼ਨਾ ਭੂਖ ਨਾ ਹੋਏ। ਜਿਹੜਾ ਗੁਰੂ ਦੇ ਅੱਗੇ ਝੋਲੀ ਅੱਡਦਾ ਹੈ, ਦਾਤਾਂ ਤੇ ਉਸ ਨੂੰ ਮਿਲਦੀਆਂ ਹੀ ਨੇ, ਪਰ ਮਹਾਰਾਜ ਕਹਿੰਦੇ ਉਸ ਨੂੰ ਐਸਾ ਰਾਜ ਆਉਂਦਾ ਹੈ, ਉਹ ਮੰਗਣਾ ਮੁੱਕ ਜਾਂਦਾ ਹੈ, ਉਹ ਵੰਡਣ ਵਾਲਾ ਦਾਤਾਰ ਹੋ ਨਿਬੜਦਾ ਹੈ। ਐਸੀ ਬਖਸ਼ਿਸ਼ ਹੋਈ ਇਸ ਪਰਿਵਾਰ ਦੇ ਉੱਤੇ। ਔਰ ਜਦੋਂ ਤੁਸੀਂ ਧਿਆਨ ਦਿੰਦੇ ਹੋ, ਜਦੋਂ ਵੀ ਗੋਬਿੰਦ ਰਾਏ ਜੀ ਦਾ ਜ਼ਿਕਰ ਚੱਲਦਾ ਹੈ, ਨਾਲ ਰਾਣੀ ਵਸੁੰਧਰਾ ਦੇਵੀ ਨੂੰ ਅਸੀਂ ਯਾਦ ਕਰਦੇ ਹਾਂ, ਨਾਲ ਰਾਜਾ ਫਤਿਹ ਚੰਦ ਮੈਣੀ ਨੂੰ ਅਸੀਂ ਯਾਦ ਕਰਦੇ ਹਾਂ। ਗੋਬਿੰਦ ਰਾਏ ਜੀ ਦੀਆਂ ਦੋ ਮਾਵਾਂ ਪ੍ਰਚਲਿਤ ਹੋਈਆਂ ਇਤਿਹਾਸ ਵਿੱਚ, ਇੱਕ ਮਾਤਾ ਗੁਜਰੀ ਸੀ ਤੇ ਦੂਜੀ ਮਾਈ ਵਸੁੰਧਰਾ ਦੇਵੀ ਸੀ। ਜਦੋਂ ਗੋਬਿੰਦ ਰਾਏ ਆਨੰਦਾਂ ਦੀ ਪੁਰੀ ਜਾਣ ਲੱਗੇ ਨਾ, ਤੇ ਮਾਤਾ ਵਸੁੰਧਰਾ ਦੇਵੀ ਨੇ ਚਰਨੀ ਹੱਥ ਲਾ ਕੇ ਆਖਿਆ, ਮੇਰੇ ਫਰਜ਼ੰਦ ਹੁਣ ਦਿਦਾਰੇ ਕਿਵੇਂ ਹੋਣਗੇ। ਤੇ ਬਾਪੂ ਕਹਿੰਦੇ, ਮਾਂ ਮੇਰੇ ਸਾਥੀ ਇੱਥੇ ਹੀ ਨੇ, ਕੋਈ ਵੀ ਬਾਲਕ ਮਿਲ ਜਾਵੇ, ਛੋਲਿਆਂ ਦਾ ਪੂੜੀਆਂ ਦਾ ਲੰਗਰ ਛਕਾ ਦਿਆ ਕਰਿਓ, ਤੁਹਾਨੂੰ ਗੋਬਿੰਦ ਰਾਏ ਦਿਦਾਰੇ ਦੇ ਦਿਆ ਕਰੇਗਾ। ਰਾਜੇ ਰਾਣੀ ਨੇ ਐਸਾ ਲੰਗਰ ਲਾਇਆ, ਉਹਨਾਂ ਦਾ ਘਰ ਧਰਮਸ਼ਾਲਾ ਹੋ ਨਿਬੜਿਆ। ਅੱਜ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਕਰਕੇ ਪ੍ਰਚਲਿਤ ਹੈ ਤੇ ਛੋਲੇ ਪੂੜੀਆਂ ਵਰਤਦੇ ਨੇ। ਇਹ ਗੁਰੂ ਸਾਹਿਬ ਦੀ ਅਜ਼ਮਤ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਵੈਸੇ ਬਾਅਦ ਵਿੱਚ ਆਨੰਦਾਂ ਦੀ ਪੁਰੀ ਕੁਝ ਸਮਾਂ ਪਾ ਕੇ ਰਾਜਾ ਰਾਣੀ ਪੰਡਿਤ ਸ਼ਿਵਦੱਤ ਜੀ ਨੂੰ ਸੰਗਤਾਂ ਨੂੰ ਲੈ ਕੇ ਗੁਰਾਂ ਦੇ ਦਰਸ਼ਨ ਕਰਨ ਵੀ ਗਏ ਸਨ। ਤੇ ਪੰਡਿਤ ਸ਼ਿਵਦੱਤ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਹੀ ਅਖੀਰਲੇ ਸਵਾਸ ਲੈ ਕੇ ਪੂਰੇ ਹੋਏ ਸਨ। ਇਹ ਅਗਲਾ ਇਤਿਹਾਸ ਹੈ, ਪਰ ਆਪਾਂ ਜਿਸ ਜਗ੍ਹਾ ਤੇ ਬੈਠੇ ਆ, ਆਪਾਂ ਇਸ ਜਗ੍ਹਾ ਬਾਬਤ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਉਣੀ ਹੈ। ਆਓ ਗੁਰੂ ਗੋਬਿੰਦ ਦੇ ਚਰਨਾਂ ਨਾਲ ਚਿੱਤ ਲਾਈਏ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਜਿਹੜਾ ਗੁਰੂ ਦੀ ਮੂਰਤ ਦਾ ਧਿਆਨ ਧਰ ਕੇ ਉਹਦੇ ਗੀਤ ਗਾਵੇਗਾ, ਉਹਨੂੰ ਮਨ ਇੱਛਿਤ ਫਲ ਉਦੋਂ ਵੀ ਮਿਲਦੇ ਸਨ ਤੇ ਅੱਜ ਵੀ ਮਿਲਣਗੇ, ਅਗਾਂਹ ਵੀ ਮਿਲਿਆ ਕਰਨਗੇ। ਉਹਦਾ ਮੰਗਣਾ ਮੁੱਕ ਜਾਵੇਗਾ। ਇੱਕ ਮੁਸਲਮਾਨ ਫਕੀਰ, ਉਸ ਮਹਾਪੁਰਸ਼ ਦਾ ਨਾਮ ਸੀ ਪੀਰ ਆਰਫਦੀਨ। ਉਸਨੂੰ ਪਤਾ ਚੱਲਿਆ ਹੈ ਵੀ ਬੜਾ ਅਜ਼ਮਤੀ ਬਾਲਕ ਪ੍ਰਗਟ ਹੋਇਆ ਹੈ ਪਟਨੇ ਦੀ ਧਰਤੀ ਤੇ। ਪਾਲਕੀ ਦੇ ਵਿੱਚ ਬੈਠਾ ਆਪਣੇ ਕਰਿੰਦਿਆਂ ਨਾਲ ਜਾ ਰਿਹਾ ਸੀ। ਕੁਝ ਬਾਲਕ ਖੇਲਦੇ ਤੱਕੇ ਨੇ। ਜਦੋਂ ਬਾਲਕਾਂ ਨੂੰ ਖੇਲਦਿਆਂ ਤੱਕਿਆ, ਗੋਬਿੰਦ ਰਾਏ ਜੀ ਦੇ ਕੌਤਕ ਵੇਖੇ ਤੇ ਰੁਕ ਗਿਆ।
ਪਾਲਕੀ ਚੋਂ ਉਤਰਦਾ ਹੈ, ਬਾਲਕ ਦੇ ਨਜ਼ਦੀਕ ਜਾ ਕੇ ਕੁਝ ਬਚਨ ਕੀਤੇ ਔਰ ਫਿਰ ਉਹਦੇ ਅੱਗੇ ਮੱਥਾ ਟੇਕਿਆ ਹੈ, ਡੰਡੌਤ ਕੀਤੀ ਹੈ, ਸਜਦਾ ਕਰ ਦਿੱਤਾ। ਫਿਰ ਵਾਪਸ ਹੋਇਆ, ਪਾਲਕੀ ਵਿੱਚ ਬੈਠਾ ਚੱਲ ਪਿਆ। ਜਿਹੜੇ ਚੇਲੇ ਬਾਲ ਕੇ ਮੁਰੀਦ ਸੀ ਉਹਨਾਂ ਨਾਰਾਜ਼ਗੀ ਜ਼ਾਹਰ ਕੀਤੀ, ਪੀਰ ਜੀ ਤੁਸੀਂ ਇਸਲਾਮ ਦੇ ਮਹਾਨ ਪੀਰ ਹੋ, ਇੱਕ ਹਿੰਦੂ ਕਾਫਰ ਪੀਰਜ਼ਾਦੇ ਨੂੰ ਸਜਦਾ ਕਰ ਦਿੱਤਾ, ਸਿੱਖਾਂ ਦੇ ਆਗੂ ਨੂੰ ਸਜਦਾ ਕਰ ਦਿੱਤਾ, ਇਹ ਮੁਹੰਮਦੀ ਸ਼ਰਅ ਦੇ ਖਿਲਾਫ ਹੈ, ਤੁਸੀਂ ਠੀਕ ਨਹੀਂ ਕੀਤਾ। ਪੀਰ ਆਰਫ ਦੀਨ ਦੇ ਗਲੂਏ ਦੇ ਬੋਲ ਸਨ, ਤੁਸਾਂ ਨੂੰ ਗੈਬ ਦੇ ਆਲਮ ਦਾ ਪਤਾ ਨਹੀਂ ਹੈ। ਗੈਬ ਅਰਬੀ ਦਾ ਲਫ਼ਜ਼ ਹੈ, ਗੁਪਤ ਭੇਦ ਨੂੰ ਕਹਿੰਦੇ ਨੇ। ਆਖਣ ਲੱਗੇ ਜੋ ਨਾ ਦਿਸਣ ਵਾਲਾ ਸੰਸਾਰ ਹੈ, ਗੁਪਤ ਸੰਸਾਰ, ਜਦੋਂ ਮਹਾਤਮਾ ਚੌਂਕੜਾ ਲਾ ਕੇ ਉਸ ਗੁਪਤ ਦੁਨੀਆ ਵਿੱਚ, ਨਿਰਆਕਾਰ ਦੀ ਦੁਨੀਆ ਵਿੱਚ, ਵਹਿਸ਼ਤ ਵਿੱਚ, ਸੱਚਖੰਡ ਵਿੱਚ, ਖੁਦਾਇਆ ਦੇ ਬੈਕੁੰਠ ਵੱਲ ਨੂੰ ਪਹੁੰਚਦੇ ਨੇ, ਆਖਣ ਲੱਗੇ ਉੱਥੇ ਸਾਰੇ ਰਹਿਬਰਾਂ ਮਹਾਪੁਰਸ਼ਾਂ ਤੋਂ ਅੱਗੇ ਜੋ ਹੈ ਉਹ ਇਹ ਗੋਬਿੰਦ ਰਾਏ ਹੈ। ਜਦੋਂ ਮੈਂ ਗੈਬ ਦੇ ਆਲਮ ਪਹੁੰਚਦਾ ਹਾਂ, ਸਾਰਿਆਂ ਤੋਂ ਮਹਾਨ ਮਰਾਤਬਾ ਇਸ ਦਾ ਹੈ, ਇੱਥੋਂ ਤੱਕ ਖੁਦਾਇਆ ਤਾਈਂ ਕੋਈ ਵੀ ਬਚਨ ਪਹੁੰਚਾਉਣਾ ਹੈ, ਹਰ ਰਹਿਬਰ ਮਹਾਪੁਰਸ਼ ਦੇਵੀ ਦੇਵਤਾ ਮੈਸੇਂਜਰ ਆਫ ਗੋਡ ਇਸ ਗੋਬਿੰਦ ਰਾਏ ਦਾ ਤਰਲਾ ਲੈਂਦਾ ਹੈ ਤੇ ਫਿਰ ਅਕਾਲ ਪੁਰਖ ਤਾਈਂ ਇਹ ਸਿਫਾਰਿਸ਼ ਕਰਦੇ ਨੇ, ਸਿੱਧਾ ਕੋਈ ਨਹੀਂ ਉੱਥੇ ਪਹੁੰਚ ਸਕਦਾ। ਇਹ ਕਿੱਥੋਂ ਦੀ ਬਾਤ ਹੋ ਰਹੀ ਹੈ? ਸੱਚਖੰਡ ਵਸੈ ਨਿਰੰਕਾਰ, ਜੋ ਨਿਰਆਕਾਰ ਹੈ ਉਹਦਾ ਸੱਚਖੰਡ ਵੀ ਨਿਰਾਕਾਰ ਹੈ। ਮੈਂ ਕਈ ਵਾਰ ਕਹਿੰਦਾ ਹੁੰਦਾ, ਦੋ ਤਰ੍ਹਾਂ ਦੀ ਦੁਨੀਆ ਹੈ, ਵਿਜ਼ੀਬਲ ਐਂਡ ਇਨਵਿਜ਼ੀਬਲ। ਵਿਜ਼ੀਬਲ ਜੋ ਅੱਖਾਂ ਨੂੰ ਦਿਖ ਰਿਹਾ ਹੈ, ਸਥੂਲ ਸਰੀਰ, ਇਨਵਿਜ਼ੀਬਲ ਜੋ ਨਜ਼ਰ ਹੀ ਨਾ ਆਵੇ। ਹੁਣ ਐਡਾ ਸੁੰਦਰ ਦੀਵਾਨ ਹਾਲ ਹੈ, ਲੈਂਟਰ ਤੋਂ ਉੱਪਰ ਅਸਮਾਨ ਨਹੀਂ ਦਿਖਦਾ, ਤੇ ਜੇ ਕੋਈ ਕਮਲਾ ਬੰਦਾ ਦਾਵਾ ਕਰਦੇ ਵੀ ਰੱਬ ਹੈ ਹੀ ਨਹੀਂ, ਅਸਮਾਨ ਹੈ ਹੀ ਨਹੀਂ, ਤੇ ਹੱਸਾਂਗੇ ਹੀ ਨਾ ਉਹਦੀ ਹਸਤੀ ਤੇ। ਅਗੋਚਰ ਦੁਨੀਆ, ਜੇ ਅਕਾਲ ਪੁਰਖ ਅਗੋਚਰ ਹੈ, ਉਹਦੇ ਰਹਿਣ ਵਸੇਬੇ ਦੀ ਦੁਨੀਆ ਵੀ ਅਗੋਚਰ ਹੈ। ਸੱਚਾ ਤੇਰਾ ਖੰਡ ਸੱਚਾ ਬ੍ਰਹਿਮੰਡ, ਪਰ ਬਾਣੀ ਕਹਿੰਦੀ ਸਭ ਕੁਝ ਮੌਜੂਦ ਹੈ। ਸੱਚਾ ਤੇਰਾ ਲੋ, ਸੱਚਾ ਆਕਾਰ। ਮਹਾਰਾਜ ਸੱਚਖੰਡ ਵਿੱਚ ਬਿਰਾਜਮਾਨ ਰਹਿੰਦੇ ਨੇ। ਆਰਫ ਦੀਨ ਕਹਿੰਦਾ ਜਦੋਂ ਮੈਂ ਮੁਰਾਕਬਤ ਹੁੰਦਾ ਹਾਂ, ਅੰਤਰ ਧਿਆਨ ਹੁੰਦਾ ਹਾਂ, ਮੈਂ ਸਮਾਧੀ ਲੀਨ ਹੁੰਦਾ ਹਾਂ, ਉੱਥੇ ਗੋਬਿੰਦ ਰਾਏ ਦੇ ਹੀ ਦਿਦਾਰੇ ਹੁੰਦੇ ਨੇ। ਸਭ ਪੀਰ ਦੇਵਤੇ ਰਹਿਬਰੇ ਦੇ ਚਰਨਾਂ ਵਿੱਚ ਖਲੋਂਦੇ ਨੇ। ਸਜਦਾ ਤਾਂ ਕੀਤਾ ਹੈ, ਐ ਮੇਰੇ ਸੇਵਕੋ, ਜਦੋਂ ਮੈਂ ਇੱਥੋਂ ਜਾਵਾਂਗਾ ਇਹਦੀ ਲੋੜ ਪੈਣੀ ਹੈ, ਨਹੀਂ ਤੇ ਖੁਦਾ ਦੇ ਦਰ ਤੇ ਕਬੂਲੀਅਤ ਨਹੀਂ ਮਿਲਣੀ। ਬਾਣੀ ਕਹਿੰਦੀ ਹੈ ਗੁਰ ਪਾਰ ਬ੍ਰਹਮ ਏਕੈ ਹੀ ਜਾਣੈ, ਗੁਰੂ ਤੇ ਪਰਮ ਈਸ਼ਵਰ ਇੱਕ ਨੇ। 20 ਬਿਸੂਏ ਜਾਂ ਮਨ ਠਹਿਰਾਨੇ, ਪਰ ਇਹ ਮੰਨਿਆ ਉਸਨੇ ਜਿਹਦਾ ਪੂਰਨ ਤੌਰ ਤੇ ਮਨ ਟਿਕਿਆ ਹੋਇਆ ਹੈ। ਖੈਰ, ਉਹ ਸੇਵਕ ਪੁੱਛਦੇ ਨੇ ਦੁਨੀਆ ਤੇ ਕੀ ਲੈਣ ਆਏ ਨੇ? ਤੇ ਪੀਰ ਆਰਫ ਦੀਨ ਦੇ ਬੋਲ ਸਨ, ਧਰਮ ਨੂੰ ਪ੍ਰਚੰਡ ਕਰਨ ਆਏ ਨੇ, ਪਾਪ ਨੂੰ ਮਿਟਾਉਣ ਆਏ ਨੇ। ਬਚਿੱਤਰ ਨਾਟਕ ਆਟੋਬਾਇਓਗ੍ਰਾਫੀ ਵਿੱਚ ਖੁਦ ਖੁਦਾ ਕਲਗੀਧਰ ਪ੍ਰਗਟ ਕਰਦੇ ਨੇ ਆਪਣੇ ਆਉਣ ਦਾ ਕਾਰਨ। ਯਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੇ ਖਾਤਮੇ ਲਈ ਧਰਮ ਨੂੰ ਪ੍ਰਚੰਡ ਕਰਨ ਮੈਂ ਦੁਨੀਆ ਤੇ ਆਇਆ ਹਾਂ। ਐਸਾ ਮੇਰੇ ਆਉਣ ਦਾ ਦੁਨੀਆ ਤੇ ਕਾਰਨ ਹੈ। ਔਰ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਚਪਨ ਤੋਂ ਹੀ ਇਹ ਸੁਭਾਅ ਉਹਨਾਂ ਦਾ ਸਾਵੇਂ ਪ੍ਰਗਟ ਹੋ ਚੁੱਕਿਆ ਸੀ ਵੀ ਇਹ ਬਾਗੀ ਨੇ। ਇਹ ਭਾਰਤ ਵਰਸ਼ ਦੀ ਹਕੂਮਤ ਮੁਗਲਿਆ ਸਲਤਨਤ ਦੇ ਕਦਮਾਂ ਵਿੱਚ ਨਹੀਂ ਝੁਕਣ ਵਾਲੇ। ਪਟਨੇ ਦੇ ਵਿੱਚ 2 ਨਵਾਬ ਗੁਰਾਂ ਦੇ ਸੇਵਕ ਸਨ, ਰਈਸ ਲੋਕ, ਰਹੀਮ ਬਖਸ਼, ਕਰੀਮ ਬਖਸ਼, ਜਿਨ੍ਹਾਂ ਬਾਗ ਦਿੱਤਾ ਸੀ ਗੁਰਾਂ ਨੂੰ।
ਜਿਨ੍ਹਾਂ ਦੇ ਬਾਗ ਵਿੱਚ ਬਾਪੂ ਗੋਬਿੰਦ ਰਾਏ ਖੇਡਦੇ ਸਨ। ਹੁਣ ਪਟਨੇ ਦੇ ਵਿੱਚ ਰਹੀਸ ਲੋਕਾਂ ਦਾ ਰਾਜ ਹੈ। ਜਦੋਂ ਵੀ ਕੋਈ ਅਹਿਲਕਾਰ ਲੰਘਦਾ ਹੈ ਤੇ ਲੋਕ ਸਜਦਾ ਕਰਦੇ ਨੇ। ਗੋਬਿੰਦ ਰਾਏ ਜੀ ਬਾਲਕਾਂ ਨਾਲ ਖੇਡਣ, ਕਿਸੇ ਅਹਿਲਕਾਰ ਦਾ ਕੋਈ ਸਵਾਰਾ ਲੰਘਿਆ ਤੇ ਬਾਲਕਾਂ ਸਿਰ ਝੁਕਾ ਦਿੱਤੇ। ਗੋਬਿੰਦ ਰਾਏ ਜੀ ਨੇ ਟੋਕਿਆ, ਸਿਰ ਨਹੀਂ ਝੁਕਾਉਣਾ ਕਿਸੇ ਅੱਗੇ। ਅਕਾਲ ਪੁਰਖ ਤੋਂ ਲਹਿਦਾ ਕਿਸੇ ਅੱਗੇ ਨਹੀਂ ਝੁਕੀਦਾ, ਗੁਰੂਆਂ ਪੀਰਾਂ ਤੋਂ ਲਹਿਦਾ ਕਿਸੇ ਤਖਤ ਅੱਗੇ ਨਹੀਂ ਝੁਕੀਦਾ। ਰੌਲਾ ਪੈ ਗਿਆ ਪਟਨੇ ਵਿੱਚ। ਗੁਰੂ ਤੇਗ ਬਹਾਦਰ ਦਾ ਫਰਜ਼ੰਦ ਬੜਾ ਬਗਾਵਤੀ ਹੈ। ਬਾਗੀਆਂ ਵਾਲੇ ਤੇਵਰ ਨੇ ਇਸਦੇ ਆਪ ਤੇ ਵਿਗੜਿਆ ਏ, ਬੱਚੇ ਵੀ ਵਿਗਾੜ ਦਿੱਤੇ ਨੇ। ਜਦੋਂ ਕੋਈ ਅਹਿਲਕਾਰ ਲੰਘਦਾ ਹੈ, ਸਿਰ ਤੇ ਕੀ ਝੁਕਾਉਣਾ ਬੱਚਿਆਂ ਨੇ, ਦੰਦੀਆਂ ਚੜਾਉਂਦੇ ਨੇ ਅੱਗੋਂ। ਹਾਕਮ ਅਹਿਲਕਾਰਾਂ ਰਾਹੀਂ ਸ਼ਿਕਾਇਤ ਘੱਲਦੇ ਨੇ ਮਾਤਾ ਗੁਜਰੀ, ਮਾਤਾ ਨਾਨਕੀ, ਮਾਮਾ ਕਿਰਪਾਲ ਚੰਦ ਕੋਲ। ਉਹਨਾਂ ਨੂੰ ਚਿੰਤਾ ਵੀ ਹੋ ਗਈ ਵੀ ਔਰੰਗਜ਼ੇਬ ਬੜਾ ਜ਼ਾਲਮ ਬਾਦਸ਼ਾਹ ਹੈ, ਕਿਧਰੇ ਹਾਲਾਤ ਕੋਈ ਵਿਗੜ ਨਾ ਜਾਣ, ਕੋਈ ਨੁਕਸਾਨ ਨਾ ਗੁਰੂ ਘਰ ਦਾ ਕਰੇ। ਮਾਮਾ ਕਿਰਪਾਲ ਚੰਦ ਜੀ ਚਿੰਤਾ ਤੁਰ ਹੋਏ ਪਟਨੇ ਤੋਂ ਚੱਲੇ, ਚਿਟਗਾਮ ਪਹੁੰਚੇ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਔਰੰਗਜ਼ੇਬ ਦਾ ਜ਼ਾਲਮਾਨਾ ਰਾਜ ਹੈ ਔਰ ਬਾਲਕ ਗੋਬਿੰਦ ਰਾਏ ਦੇ ਤੇਵਰ ਬਾਗੀਆਂ ਵਾਲੇ ਨੇ। ਉਹ ਸਿਰ ਨਹੀਂ ਕਿਸੇ ਅੱਗੇ ਝੁਕਾਉਂਦਾ ਤੇ ਨਾ ਕਿਸੇ ਨੂੰ ਝੁਕਣ ਹੀ ਦਿੰਦਾ ਹੈ। ਤੁਹਾਡਾ ਕੀ ਹੁਕਮ ਹੈ? ਡਾਕਟਰ ਗੰਡਾ ਸਿੰਘ ਹੁਣਾ ਉਹ ਹੁਕਮਨਾਮੇ ਪ੍ਰਕਾਸ਼ਿਤ ਕੀਤੇ ਨੇ। ਗੋਬਿੰਦ ਰਾਏ ਜੀ ਲਈ, ਪਟਨੇ ਦੀ ਸੰਗਤ ਲਈ ਇੱਕ ਹੁਕਮਨਾਮਾ ਲਿਖਦੇ ਨੇ ਗੁਰੂ ਤੇਗ ਬਹਾਦਰ। ਧਿਆਨ ਦਿਓ, ਆਖਣ ਲੱਗੇ ਲਿਖਤੀ ਰੂਪ ਦੇ ਵਿੱਚ, ਗੋਬਿੰਦ ਜੋ ਕੀਆ भला किया, किसी भी सरकारी अहलकार को सलाम नहीं करनी, जे घर आए ही बैठे पवांदी देनी, सरांदी ना देनी। ਇਹਦਾ अर्थ समझियो। गुरु तेग बहादुर कहते गोबिंद राय जी ने जो किया ठीक किया है। सच्चे अकाल पुरख तो बिना, महापुरुषों तो बिना सिर नहीं किधरे झुकाउणा चाहिदा। जे किधरे कोई सरकारी अहलकार शिकायत लैके हवेली आ भी जावे, मेरे सिखो सेवको ख्याल रखियो, साहिबजादा गोबिंद राय दे सिरहाणे वाल किसे सरकारी अहलकार नूं नहीं बिठाउणा। जदों भी बिठाउणा है पवांदी बिठाउणा है, चरना विच बिठाउणा है। ओदा एक कारण है, जेड़ी भगती है ना, जेड़ी पीरी है, ਉਹਦੇ ਚਰਨਾਂ ਵਾਲੀ ਸ਼ਕਤੀ ਹੁੰਦੀ ਹੈ, ਮੀਰੀ ਹੁੰਦੀ ਹੈ। ਭਗਤੀ ਦੇ ਸਿਰ ਤੇ ਕਦੇ ਸ਼ਕਤੀ ਨਹੀਂ ਬਿਠਾਈ ਜਾਂਦੀ, ਨਹੀਂ ਤੇ ਪਾਪ ਵੱਧ ਜਾਂਦਾ ਹੈ। ਔਰ ਗੁਰੂ ਨਾਨਕ ਦੇ ਤਖਤ ਦਾ ਇਹ 10ਵਾਂ ਵਾਰਸ ਹੈ। ਕੋਈ ਛੋਟੇ ਮੋਟੇ ਤਖਤ ਦਾ ਮਾਲਕ ਇਹਦੇ ਸਰਾਣੇ ਨਾ ਕਿਤੇ ਬਿਠਾ ਦਿਓ। ਇਹ ਹੁਕਮਨਾਮਾ ਲਿਖਿਆ ਗੁਰਾਂ ਨੇ। ਬਾਣੀ ਕੀ ਕਹਿੰਦੀ ਹੈ? ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰਾ ਸੱਚਾ ਸਾਜ। ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ। ਗੁਰੂ ਕਿਸੇ ਅੱਗੇ ਨਹੀਂ ਝੁਕਦਾ। ਗੋਬਿੰਦ ਰਾਏ ਨੇ 4-5 ਵਰਿਆਂ ਦੀ ਉਮਰ ਵਿੱਚ ਹੀ ਆਪਣੀ ਅਜ਼ਮਤ ਦਰਸਾ ਦਿੱਤੀ ਸੀ। ਇਹ ਗੁਰੂ ਗੋਬਿੰਦ ਸਿੰਘ ਝੁਕਣ ਨਹੀਂ ਆਇਆ, ਆਪਣੀ ਸ਼ਮਸ਼ੀਰ ਦੇ ਅੱਗੇ ਦਿੱਲੀ ਦੇ ਮੁਗਲਿਆ ਤਖਤ ਨੂੰ ਝੁਕਾਉਣ ਲਈ ਪ੍ਰਗਟ ਹੋਇਆ ਹੈ। ਇਹ ਬਚਪਨ ਤੋਂ ਹੀ ਤਾਕਤਾਂ ਪ੍ਰਗਟ ਸਨ। ਸਤਿਗੁਰ ਮੇਰਾ ਸਬਜ਼ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਇਹ ਵਿਧਾਤਾ ਪੁਰਖ ਦੁਨੀਆ ਤੇ ਪ੍ਰਗਟ ਹੋਇਆ ਸੀ। ਹਮ ਇਹ ਕਾਜ ਜਗ ਤੁਮ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕਰ ਪਛਾਰੋ। ਕਹਿੰਦੇ ਮੈਂ ਦੁਸ਼ਟਾਂ ਨੂੰ ਖਤਮ ਕਰਨ ਆਇਆ। ਮੁਸਲਮਾਨ ਕਵੀ ਅੱਲਾ ਯਾਰ ਖਾਨ ਨੇ ਪਰਸ਼ੀਅਨ ਦੇ ਵਿੱਚ ਪੁਸਤਕਾਂ ਲਿਖੀਆਂ ਨੇ, ਗੰਜੇ ਸ਼ਹੀਦਾਂ ਸ਼ਹੀਦਾਨੇ ਵਫਾ। ਉਹਦੇ ਵਿੱਚ ਇਹ ਬਚਨ ਲਿਖਦਾ ਹੈ, ਜਬ ਜਬ ਵੀ ਜ਼ਰੂਰਤ हुई बंदों को हम आए हैं, जालिम का किया खात्मा मजलूम बचाए। चिड़ियों से घर चाहा तो बाज तुड़ाए,
देखा जिसे हकदार उसे तख्त दिलाए, काम आए फकीरों के तो शाहों के भी आए, दुश्मन के भी आए हवा खाहों के भी आए। गोबिंद राय कहंदे ने मैं दुनिया ते पाप मिटाउण लई प्रगट होया, गरीब दी फकीर दी रखिया लई, इनसानियत दे दुश्मनां नूं मिटाउण लई आया हां। नीत धरिया सतगुर धर तेरी, कर किरपा राखो जन केरी। निधरियां दी धिर है गुरु गोबिंद सिंह। हुण किरपा रामदत्त होनी कश्मीर दे सारे पंडित चरनां विच आए, बापू धर्म रख। गुरु तेग बहादुर साहब सीस दिंदे ने, तिलक जंजू राखा प्रभ ताका, सनातन मत नूं रख लिया। गुरु गोबिंद सिंह महाराज ने जानिया है प्रेम दी भाषा नूं मुगल नहीं समझदे। हुण कंडियां दे सावें कंडे बनना पैना है। हुण शेर दे सामने गऊ नहीं टिकेगी, शेर बनना पैना है। पहला दसम बाणी प्रगट कीती सानू सुरजीत करन दे लई, बीर रस पैदा करन दे लई। जेड़े कमले लोग तर्क करते ने उन्हां नाल मैं एक शायर दे अल्फाज साझे करां। शेख सादी कहंदा कमलिया बंदिया जे सियाणा उपदेश कंध ते भी लिखिया होवे ते धार लेना चाहिदा है। वो की कहंदा है, मर्द बायद के गीरद अंदर गोश, गर नविस्तास्त पनद बर दीवार। ते साडे वालियां नूं एडी कीमती बाणी कलगीधर ने दित्ती है, हीरियां वर्गी बाणी नूं चुक चुक होरां दी झोली पाई जाणगे भी ये महाराज दी बाणी नहीं। जे ते 10 गुरां चों एक गुरु है गोबिंद सिंह, फिर ते महाराज कहंदे ने बाणी गुरु, गुरु है बाणी विच बाणी अमृत सारे, गुरबाणी कहे सेवक जन माने परतख गुरु निस्तारे। गुरां दी बाणी नूं गुरबाणी मनना पवेगा। ते जे तुसीं 9 गुरु ही मानदे हो 10वां नहीं होया ते फिर भावें खंडन कर लियो। बाणी नाल सानू प्रचंड रूप बख्शिया। तलवार चुक लई बापू ने। एक शायर लिखदा है, एक एक को धर लूंगा शमशीर के आगे, रख दूंगा दिलो सीना चीर के आगे। पहले दुनिया झुकती थी तकदीर के आगे, अब तकदीर भी झुकेगी मेरी शमशीर के आगे। गुरु गोबिंद सिंह कहंदे आए, मुगलो तुहाडे नाल प्रेम दी भाषा विच मैं बड़े बचन विलास कर ले, तुसीं प्रेम दी भाषा नहीं समझे। तुसीं गुरु तेग बहादुर नूं शहीद कीता है, हुण तलवार उठाई है मैं। और जिन्हां दबे कुचले लोकां नूं तुसीं शूदर कहंदे हो, जिनकी जात और कुल माही, सिखदारी में भई किदाही, मैं तिन्ही को सिरदार बनाऊं, तब गोबिंद सिंह नाम कहावूं। दबे कुचलियां नूं खंडे दी पौड़ बख्श के मनसूर बनावांगा और दिल्ली दे तख्त ते बिठावांगा। भाई नंद लाल कहंदे ओ दिन आ गया, किहे जे इंसा मलक नमू दस्त ओ, इज़्ज़ते खाकियां फजू दस्त ओ। गुरु गोबिंद सिंह ने अमृत बख्श के आम जेड़े इंसान सन ओ मलक देवते बना दिते। बाणी भी कहती है ना, गुर के भाणे विच अमृत है सहजे पावै कोए। जेड़े गुरमुख ने गुरु दे हुक्म विच उन्हां अमृत छकिया, बलिहारी गुर अपने दिओ हाड़ी सदवार, जिन मानस ते देवते कीए करत ना लागी वार। अगे एक गल होर कही भाई नंद लाल ने, कहंदे जेड़े मिट्टी च रुलदे सी अमृत बख्श के इतनी इज्जत बख्शी, सूरज वर्गी चमक उन्हां दी हो गई। सतगुर कै भाणै जो चलै तिस वडियाई वड्डी होए। ये गुरु गोबिंद सिंह दा अमृत सी, थापड़ा सी। बाबा बघेल सिंह, बाबा जस्सा सिंह आलूवालिया, बाबा जस्सा सिंह रामगढ़िए ने फिर दिल्ली चों मुगलिया सल्तनत दा तख्त पुटिया ही नहीं, पुट के राथां पिछे पा के रामगढ़िया दे बुंगे अमृतसर खड़िया ऐ दिल्ली दे तख्त, ऐ दिल्ली दिए सिले, तेरे ते बह के कदे गुरु तेग बहादुर दी शहीदी दा फरमान जारी होया सी। सानू इन्नी नफरत है इस तख्त दे नाल
ਇਹ ਮੱਲਣ ਦੇ ਨਾਲ ਧੂਕੇ ਹੀ ਲੈ ਚੱਲੇ ਆ, ਨਾ ਕੋਈ ਇੱਥੇ ਬੈਠੇ ਤੇ ਨਾ ਜ਼ੁਲਮੋ ਸਿਤਮ ਹੀ ਢਾਵੇਗਾ। ਇਹ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਸੀ, ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਸੀ। ਮੈਂ ਇੱਕ ਸ਼ੇਰ ਕਹਿ ਕੇ ਫਤਿਹ ਬੁਲਾਉਂਦਾ ਹਾਂ। ਜਦੋਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਦੀ ਗੱਲ ਚੱਲਦੀ ਹੈ, ਅੱਲਾ ਯਾਰ ਖਾਂ ਲਿਖਦਾ ਹੈ, ਜਿਸ ਰਨ ਮੇਂ ਲੜਾ ਬੇਸਰੋ ਸਾਮਾਨ ਲੜਾ ਤੂੰ, 100 ਸਿੰਘ ਲੀਏ लाखों पे जा जा के पड़ा तू, क्या मानुख कहो क्या जोर, सतगुर हर प्रभ बुझिया गुर जेवड़े अवर ना कोए। बंदे दा जोर गुरु अगे नहीं चल सकता। 14 जंगां औरंगजेब हारिया गुरु गोबिंद सिंह कोलों, और खालसे दा झंडा बुलंद भारत वर्ष विच बापू दी किरपा नाल होया। बड़े बड़े मुसलमाना ये दुहाई दिती है, लोगों तुहाडे मंदिरां दे टल खड़कने बंद हो जाते, गुरुद्वारियां दी आसा दी वार मिट जाती। जे गुरु गोबिंद सिंह ना हुंदा, हर मंदिर गुरुद्वारा मस्जिद बनदा, इत्थे बांगां दित्तियां जांदियां। बुल्ले शाह कहंदा, ना कहूं अब की ना कहूं तब की, गर ना होते गुरु गोबिंद सिंह तो सुन्नत होती सब की। कवि संतोख सिंह महाराज कहते ने, शाए जाति एकता अनेकता बेलाए जाति, होवती कुचीलता कतेबन कुरान की, पाप ही प्रपक जाते धर्म दशक जाते, बरन गर्क जाते सहत विधान की। देवी देव देहरा संतोख सिंगा दूर होते, रीत मिट जाती कथा बेदन पुराण की। श्री गुरु गोबिंद सिंह पावन परम सूर, मरुत न होती जो पै करुणा निधान की। अगर गोबिंद राय दी मूर्त दुनिया ते प्रगट ना हुंदी ते सिखो ना गायत्री मंत्र लभना सी, ना आसा दी वार ही लभनी सी। काटी बेरी पग है ते गुरकीनी बंद खलास, बंद खलासी बख्शी। बापू ने 700 वरे तो मुगल राज करते सन। मुगलिया सल्तनत का तख्त तहस नहस किया बाबा बंदा सिंह बहादुर हुणा, खालसा राज स्थापित किया महाराजा रणजीत सिंह हुणा ने। गुरु नानक बाहां पकड़ हम राखा, गुरु नानक दे घर ने बाह पकड़ी मजलूमां दी रखिया कीती। तां मैं कहंदा हुन्ना, गुरु गोबिंद सिंह जगत गुरु ने, कायनात दे मुरशद ने, कले सिखां दे ही गुरु नहीं। क्योंकि जो सरणे आवे तिस कंठ लावे, हो बिरद स्वामी संदा। जो भी दुखिया शरण आया, बापू ने गलवकड़ी विच लैके ओदे दुख कट्टे ने। ताई ते अल्लाह यार खां मुसलमान नूं कहना पै गया, 1.25 लाख पैगंबर है, कहंदा मेरे धर्म विच लखां देवी देवते ने, पर तेरे तुल गुरु गोबिंद सिंह कोई नहीं। किस शान का रुतबा तेरा अल्लाह ओ गनी है। मस्कीन गरीबों में दलेरों में जरी है, अंगद है अमरदास है, अर्जन भी तू ही है। नानक से लेके तेग बहादुर भी तू सभी है, तीर्थ नहीं कोई रूहे रोशन के बराबर, दर्शन तेरे 10 गुरुओं के दर्शन के बराबर। आओ गुरु गोबिंद सिंह नूं जपिया करिए, गुरु गुरु गुर कर मन मोर, गुरु बिना मैं नाही होर। गुर की टेक रहो दिन रात, जाकी कोई ना मेटै। दात इतना कहंदा होया अपने विचार नूं, अपनी वाणी नूं संकोचदा हां। आओ गुरु गोबिंद सिंह दी बख्शी खंडे दी पौल छको, अपना जीवन सफला करो। दास प्रबंधक जना का धन्यवाद करता है। सिंह साहिब ज्ञानी रणजीत सिंह जी गहरे मस्कीन, जो इस पावन जगह ते जथेदार ने, उन्हां दा हुक्म सी आप संगत दे दर्शन करन दे लई उन्हां दा धन्नवाद। इत्थे कमेटी दे मुख सेवादार सरदार अवतार सिंह जी हित हुणा दा धन्नवाद। जनरल सकत्तर सरदार इंद्रजीत सिंह जी हुणा दा धन्नवाद। आप संगत दे सहयोग नाल बड़ा सुंदर इत्थे आधुनिक लंगर तैयार होया है। 1 घंटे च 10,000 संगत का लंगर तैयार हुंदा है। जितनियां भी सरावां दियां गुरधामां दियां सेवावां ने, तुहाडे सहयोग नाल चलदियां ने। वध चढ़ के हिस्से पाया करो, ओदा फल मिलदा है। आप मुक्त संगी तरे
कुल कुटुंब उधारे, सफल सेवा गुरुदेव की निर्मल दरबारे। ਜਿਹੜਾ ਵੀ ਗੁਰੂ ਘਰ ਸੇਵਾ ਕਰੇਗਾ ਆਪ ਤੇ ਮੁਕਤ ਹੋਵੇਗਾ, ਸੰਗੀ ਸਾਥੀ ਪਰਿਵਾਰ ਵੀ ਮੁਕਤ ਹੋਣਗੇ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने हाल सा